ਜੋ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਸਰਵਣ ਕੀਤੇ। ਉਪਰੰਤ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਸ੍ਰੀ ਜਪਜੀ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਪਾਵਨ ਪਵਿੱਤਰ ਬਾਣੀ, ਜਿਸ ਦੀ ਵਿਚਾਰ ਆਪ ਜੀ ਕੁਝ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। 17 ਪੌੜੀਆਂ ਤੱਕ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਉਸ ਤੋਂ ਅਗਲੀ ਪੌੜੀ ਅੱਜ ਆਰੰਭ ਹੋਣੀ ਹੈ। ਸਤਿਗੁਰੂ ਮਹਾਰਾਜ ਜੀ ਆਪ ਮਤ ਬੁੱਧ ਸੋਝੀ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਆਓ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਊ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਮਿਲ ਕੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਮੂਰਖ ਅੰਧ ਘੋਰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੌੜੀਆਂ ਦੇ ਅੰਦਰ ਜੋ ਜ਼ਿਕਰ ਕੀਤਾ ਹੈ, ਕੱਲ੍ਹ ਆਪਾਂ ਪੜ੍ਹਿਆ ਸੀ ਅਸੰਖ ਜਪ ਵਾਲੀ ਪੌੜੀ। ਅਸੰਖ ਸ਼ਬਦ ਜਿਹੜਾ ਹੈ ਇਸ ਤੋਂ ਭਾਵ ਹੈ ਅਸੰਖ ਇੱਕ ਗਿਣਤੀ ਹੈ, ਪਰ ਅਸੰਖ ਲੱਗ ਜਾਏ ਤਾਂ ਗਿਣਤੀ ਕੋਈ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਪਹਿਲੀ ਪੌੜੀ ਆਪਾਂ ਪੜ੍ਹੀ ਹੈ ਸੰਖ ਜਪ ਵਾਲੀ, ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿੰਨੇ ਜੀਵ ਨੇ ਜਿਹੜੇ ਜਪ ਕਰ ਰਹੇ, ਤਪ ਕਰ ਰਹੇ, ਸਾਧਨਾ ਸਾਧ ਰਹੇ, ਕੋਈ ਮੋਨੀ ਹੈ, ਕੋਈ ਕਿਸ ਤਰ੍ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਨਹੀਂ ਅਨੇਕਾਂ ਹੀ ਹਨ, ਗਿਣਤੀ ਨਹੀਂ ਉਹਨਾਂ ਦੀ ਕੀਤੀ ਜਾ ਸਕਦੀ। ਇਸ ਪੌੜੀ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਕੋਈ ਕਵੇ ਕਿ ਮੂਰਖ ਉਹਨਾਂ ਦੀ ਗਿਣਤੀ ਕਰ ਲਈ ਜਾਵੇ ਤਾਂ ਮੂਰਖਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਤਾਂ ਜਦੋਂ ਗੁਰੂ ਕੀ ਬਾਣੀ ਵਿੱਚੋਂ ਅਸੀਂ ਦੇਖਦੇ ਹਾਂ ਕਿ ਮੂਰਖ ਕਿਹਾ ਕਿਹਨੂੰ ਗਿਆ ਹੈ, ਤਾਂ ਸਾਹਿਬ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਉਹ ਜੀਵ ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਬੈਠਾ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਮੂਰਖ ਹੈ। ਮਨ ਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ। ਸਾਹਿਬ ਜੀ ਕਹਿੰਦੇ ਮਨ ਪਿੱਛੇ ਤੁਰਨ ਵਾਲਾ ਜੀਵ ਮੂਰਖ ਹੈ, ਕਿਉਂਕਿ ਉਹਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਆਪਣੇ ਜੀਵਨ ਨੂੰ ਵਿਅਰਥ ਗਵਾ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਕਿ ਜੇ ਮੂਰਖਾਂ ਦੀ ਗੱਲ ਵੀ ਕਰੀਏ ਤੇ ਇੱਕ ਨਹੀਂ, ਸਾਹਿਬ ਕਹਿੰਦੇ ਅਨੇਕਾਂ ਹੀ ਹਨ ਮੂਰਖ। ਅੰਧ ਘੋਰ, ਅੰਧ ਘੋਰ ਦਾ ਮਤਲਬ ਅਗਿਆਨੀ ਜੀਵ ਜਿਹੜੇ ਆਪਣੇ ਜੀਵਨ ਨੂੰ ਅਗਿਆਨਤਾ ਦੇ ਵਿੱਚ ਹੀ ਬਿਤਾ ਰਹੇ ਨੇ, ਜਿਨ੍ਹਾਂ ਨੂੰ ਸਮਝ ਹੀ ਕੋਈ ਨਹੀਂ ਆ ਰਹੀ, ਸੋਝੀ ਕੋਈ ਨਹੀਂ ਆ ਰਹੀ ਕਿ ਜੀਵਨ ਕਾਹਦੇ ਵਾਸਤੇ ਮਿਲਿਆ। ਸਤਿਗੁਰੂ ਕਹਿੰਦੇ ਜੀ ਉਹਨਾਂ ਦੀ ਗੱਲ ਵੀ ਕਰੀਏ ਇੱਕ ਨਹੀਂ ਅਨੇਕਾਂ ਹੀ ਮੂਰਖ ਹਨ। ਐਸੇ ਮੂਰਖ ਜਿਹੜੇ ਘੋਰ ਅੰਧ ਅਗਿਆਨੀ ਹਨ। ਅਸੰਖ ਚੋਰ ਹਰਾਮ ਖੋਰ। ਸਤਿਗੁਰੂ ਮਹਾਰਾਜ ਕਹਿੰਦੇ ਜੇ ਚੋਰਾਂ ਦੀ ਗੱਲ ਕਰੀਏ ਵੀ ਚੋਰਾਂ ਦੀ ਕੋਈ ਗਿਣਤੀ ਕਰ ਸਕਦਾ ਨਹੀਂ, ਚੋਰ ਵੀ ਅਣਗਿਣਤ ਹਨ। ਹਰਾਮ ਖੋਰ ਜਿਹੜਾ ਸ਼ਬਦ ਵਰਤਿਆ ਹੈ ਭਾਵ ਕਿ ਪਰਾਇਆ ਹੱਕ ਖਾਣ ਵਾਲੇ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕਦੀ। ਅਸੰਖ ਅਮਰ ਕਰ ਜਾਹੇ ਜੋਰ। ਅਮਰ ਦਾ ਅਰਥ ਹੁੰਦਾ ਹੁਕਮ, ਜੋਰ, ਧੱਕਾ। ਸਤਿਗੁਰੂ ਜੀ ਕਹਿੰਦੇ ਜੇ ਇਹ ਦੇਖੀਏ ਵੀ ਸੰਸਾਰ ਦੇ ਅੰਦਰ ਕਿਤਨੇ ਕੁ ਜੀਵ ਨੇ ਜਿਹੜੇ ਦੂਜਿਆਂ ਤੇ ਧੱਕਾ ਕਰ ਰਹੇ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕਦੀ। ਅਣਗਿਣਤੀ ਐਸੇ ਲੋਕ ਹਨ
ਜਿਹੜੇ ਆਪਣਾ ਹੁਕਮ ਚਲਾ ਰਹੇ ਨੇ ਤੇ ਦੂਜਿਆਂ ਉੱਤੇ ਧੱਕਾ ਕਰ ਰਹੇ ਹਨ। ਅਸੰਖ ਗਲ ਵੱਡ ਹੱਤਿਆ ਕਮਾਹੇ। ਕਿੰਨੇ ਕੁ ਜੀਵ ਹਨ ਜਿਹੜੇ ਐਸੇ ਹਨ ਕਿ ਜਿਹੜੇ ਗਲ ਵੱਢ ਰਹੇ ਹਨ, ਭਾਵ ਕਿ ਕਤਲ ਹੋ ਰਿਹਾ ਹੈ, ਡਾਕੇ ਵੱਜ ਰਹੇ ਨੇ, ਦੂਜਿਆਂ ਨੂੰ ਮਾਰਿਆ ਜਾ ਰਿਹਾ। ਇਹਦੀ ਵੀ ਕੋਈ ਗਿਣਤੀ ਥੋੜ੍ਹਾ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਪੂਰੇ ਸੰਸਾਰ ਜੋ ਬਾਣੀ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦਾ ਸਾਂਝੀ ਸਗਲ ਜਹਾਨੇ। ਇਹ ਇੱਕ ਫਿਰਕੇ ਵਾਸਤੇ ਨਹੀਂ, ਇੱਕ ਧਰਮ ਵਾਸਤੇ ਨਹੀਂ, ਇੱਕ ਕੌਮ ਵਾਸਤੇ ਨਹੀਂ, ਇੱਕ ਇਲਾਕੇ ਵਾਸਤੇ ਨਹੀਂ ਹੈ। ਇਹ ਤਾਂ ਸਮੁੱਚੀ ਮਾਨਵਤਾ ਦੇ ਵਾਸਤੇ ਗੁਰੂ ਮਹਾਰਾਜ ਜੀ ਦੇ ਬਚਨ ਹਨ। ਤਾਂ ਸਮੁੱਚੀ ਮਾਨਵਤਾ ਜਿਹੜੀ ਪੂਰਾ ਵਿਸ਼ਵ ਸੰਸਾਰ ਹੈ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਕੋਈ ਗਿਣਤੀ ਕਰਨ ਲੱਗੇ ਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਲੋਕ ਐਸੇ ਹਨ ਜਿਹੜੇ ਗਲ ਵੱਢ ਰਹੇ ਹਨ, ਭਾਵ ਕਿ ਕਤਲ ਹੋ ਰਹੇ ਨੇ, ਡਾਕੇ ਮਾਰ ਰਹੇ, ਦੂਜਿਆਂ ਨੂੰ ਮਾਰ ਰਹੇ ਹਨ, ਹੱਤਿਆ ਕਰ ਰਹੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਪਾਪੀ ਪਾਪ ਕਰ ਜਾਹੇ। ਕਿਤਨੇ ਕੁ ਐਸੇ ਜੀਵ ਹਨ ਜਿਹੜੇ ਪਾਪ ਕਰ ਕਰਕੇ ਇਸ ਜਗਤ ਸੰਸਾਰ ਤੋਂ ਤੁਰ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੇ ਇਸੇ ਕਰਕੇ ਕਿਹਾ ਕਿ ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਪਾਪਾਂ ਤੋਂ ਤੋਬਾ ਕਰੀਏ, ਡਰੀਏ। ਨਰ ਅਚੇਤ ਪਾਪ ਤੇ ਡਰ ਰਹੇ। ਅਚੇਤ ਜੀਵ ਤੂੰ ਪਾਪ ਤੋਂ ਤੌਬਾ ਕਰ, ਪਾਪ ਤੋਂ ਡਰਨਾ ਕਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਨਹੀਂ, ਦੋ ਨਹੀਂ, ਅਸੰਖ ਹੀ ਐਸੇ ਜੀਵ ਹਨ ਜਿਹੜੇ ਪਾਪ ਕਰ ਕਰਕੇ ਇਸ ਜਗਤ ਸੰਸਾਰ ਤੋਂ ਤੁਰ ਜਾਂਦੇ ਹਨ। ਅਸੰਖ ਕੂੜਿਆਰ ਕੂੜੇ ਫਿਰਾਹੇ। ਜੇ ਝੂਠਿਆਂ ਦੀ ਗੱਲ ਕਰੀਏ ਕਿ ਕਿਤਨੇ ਕੁ ਸੰਸਾਰ ਦੇ ਅੰਦਰ ਐਸੇ ਜੀਵ ਹੋਣਗੇ ਜਿਹੜੇ ਕੂੜ ਬੋਲ ਰਹੇ ਨੇ, ਝੂਠ ਬੋਲ ਰਹੇ ਨੇ, ਉਹਨਾਂ ਦੀ ਗਿਣਤੀ ਵੀ ਕੋਈ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਲੋਕ ਹਨ, ਕਿੰਨੇ ਕੁ ਜੀਵ ਹਨ ਜਿਹੜੇ ਝੂਠ ਬੋਲ ਰਹੇ, ਝੂਠ ਦੇ ਮੁਤਾਬਕ ਹੀ ਆਪਣੀ ਜ਼ਿੰਦਗੀ ਜਿਉਂ ਰਹੇ ਹਨ। ਅਸੰਖ ਮਲੇਸ਼ ਮਲ ਭਖ ਖਾਹੇ। ਐਸੇ ਇੱਕ ਨਹੀਂ, ਦੋ ਨਹੀਂ, ਅਨੇਕਾਂ ਜੀਵ ਹਨ ਜਿਹੜੇ ਜਿਨ੍ਹਾਂ ਦੀ ਬੁੱਧੀ ਜਿਹੜੀ ਭ੍ਰਿਸ਼ਟ ਹੋਈ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਬੁੱਧੀ ਭ੍ਰਿਸ਼ਟ ਵਾਲੇ ਜੀਵ ਕੀ ਖਾਣਾ ਕੀ ਨਹੀਂ ਖਾਣਾ, ਜੋ ਗੰਦ ਮੰਦ ਆਇਆ ਸਾਰਾ ਅੰਦਰ ਪਾਈ ਤੁਰੇ ਜਾਂਦੇ ਨੇ। ਹੁਣ ਦੇਖੋ ਇੱਕ ਬੰਦਾ ਜਿਹਨੂੰ ਵਾਹਿਗੁਰੂ ਪਰਮਾਤਮਾ ਨੇ ਸੋਨੇ ਵਰਗਾ ਸਰੀਰ ਦਿੱਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ। ਸੋਨੇ ਵਰਗੀ ਦੇਹੀ, ਕੰਚਨ ਮੈਨੇ ਸੋਨਾ। ਤੇ ਹੁਣ ਰੱਬ ਨੇ ਸੋਨੇ ਵਰਗਾ ਬਰਤਨ ਦਿੱਤਾ ਹੋਵੇ ਕਿਸੇ ਜੀਵ ਨੂੰ ਤੇ ਉਹ ਆਪਣੀ ਮੈਲੀ ਬੁੱਧੀ ਦੇ ਨਾਲ ਉਸ ਸੋਨੇ ਦੇ ਬਰਤਨ ਦੇ ਵਿੱਚ ਸ਼ਰਾਬਾਂ ਪਾਵੇ, ਸਮੈਕ ਪਾਵੇ, ਭੁੱਕੀ ਪਾਵੇ, ਬੀੜਾ, ਤੰਬਾਕੂ, ਸਿਰਕਟਾ, ਜੋ ਗੰਦ ਮੰਦ ਜਾਣਦਾ ਉਹ ਸਾਰਾ ਇਹਦੇ ਵਿੱਚ ਸੁੱਟੀ ਜਾਵੇ ਤੇ ਰੱਬ ਦਾ ਦੋਸ਼ ਤੇ ਨਹੀਂਗਾ। ਮੁੜ ਕੇ ਉਹ ਕਵੇ ਕਿ ਰੱਬ ਜੀ ਮੇਰੀ ਇਸ ਸੁੰਦਰ ਦੇਹ ਨੂੰ ਇੰਨੇ ਭਿਆਨਕ ਰੋਗ ਕਿਉਂ ਲੱਗ ਗਏ? ਤੇ ਰੱਬ ਨੇ ਤਾਂ ਨਹੀਂ ਲਾਏ, ਜੀਵ ਨੇ ਲਾਏ ਨਾ, ਮਨੁੱਖ ਨੇ ਲਾ ਲਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸੇ ਅਨੇਕਾਂ ਜੀਵ ਹਨ ਜਿਹੜੇ ਮੈਲੀ ਬੁੱਧੀ, ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੈ, ਪਤਾ ਨਹੀਂ ਇਹਨਾਂ ਨੂੰ ਲੱਗ ਰਿਹਾ ਕੀ ਖਾਣਾ ਕੀ ਪੀਣਾ ਹੈ। ਜੋ ਗੰਦ ਮੰਦ ਭਸ ਕੇ ਆਈ ਸਾਰੀ ਇਸ ਸਰੀਰ ਦੇ ਵਿੱਚ ਪਾਈ ਤੁਰੇ ਜਾਂਦੇ ਨੇ ਤੇ ਆਪਣੇ ਸਰੀਰ ਦਾ ਨੁਕਸਾਨ ਆਪ ਖੁਦ ਜੀਵ ਕਰਦੇ ਨੇ। ਸਾਹਿਬ ਜੀ ਕਹਿੰਦੇ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤਨੇ ਕੁ ਜੀਵ ਹਨ ਜਿਹੜੇ ਆਪਣੀ ਇਸ ਸੋਹਣੇ ਵਰਗੀ ਸੁੰਦਰ ਦੇਹ ਨੂੰ ਬਰਬਾਦ ਕਰ ਰਹੇ ਹਨ। ਅਸੰਖ ਨਿੰਦਕ ਸਿਰ ਕਰੈ ਭਾਰ। ਤੇ ਨਿੰਦਕਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਲੋਕ ਹੋਣਗੇ ਜਿਹੜੇ ਨਿੰਦਿਆ ਕਰ ਰਹੇ ਹਨ ਤੇ ਸਿਰ ਦੇ ਉੱਤੇ ਭਾਰ ਚੁੱਕੇ ਫਿਰਦੇ ਨੇ। ਵੇਖੋ ਕੋਈ ਵੀ ਕੰਮ ਆਪਾਂ ਕਰਦੇ ਹਾਂ ਨਾ, ਪਹਿਲਾਂ ਪੁੱਛਦੇ ਅਗਲੇ ਨਾਲ ਪੈਸੇ ਪਹਿਲਾਂ ਟੁੱਕ ਲੈਂਦੇ ਆ ਵੀ ਇਹ ਜਿਹੜਾ ਕੰਮ ਮੇਰੇ ਤੋਂ ਕਰਾਉਣਾ ਤੇ ਪੈਸੇ ਕਿੰਨੇ ਦੇਵੇਂਗਾ। ਸਤਿਗੁਰੂ ਕਹਿੰਦੇ ਇੱਕੋ ਹੀ ਕੰਮ ਹੈ ਜਿਹੜਾ ਬੰਦਾ ਫ੍ਰੀ ਕਰਦਾ, ਕੋਈ ਪੈਸਾ ਨਹੀਂ ਉਹਦਾ ਲੈਂਦਾ। ਸਤਿਗੁਰੂ ਮਹਾਰਾਜ ਦੀ ਬਾਣੀ ਦੇ ਬਚਨ ਵੀ ਆਉਂਦੇ ਨੇ, ਬਿਨ ਮਜ਼ਦੂਰੀ ਭਾਰ। ਸਤਿਗੁਰੂ ਮਹਾਰਾਜ ਕਹਿੰਦੇ ਚੁਕਾ ਬਣਿਆ, ਬਿਨਾਂ ਮਜ਼ਦੂਰੀ ਤੋਂ ਹੀ ਭਾਰ ਚੁੱਕੀ ਫਿਰਦਾ ਬੰਦਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੀਏ ਤਾਂ ਸਾਹਿਬ ਜੀ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਖਰਕਾਰ ਸ਼ਰਮਿੰਦਿਆ ਹੋਣਾ ਪੈਂਦਾ ਜਦੋਂ ਬੰਦਾ ਨਿੰਦਿਆ ਕਰਦਾ ਦੂਜੇ ਦੀ। ਤੇ ਨਾਲ ਹੀ ਬੰਦੇ ਦੇ ਮਨ ਵਿੱਚ ਇਹ ਵੀ ਖੌਫ ਰਹਿੰਦਾ, ਇੱਕ ਡਰ ਰਹਿੰਦਾ ਵੀ ਉਹਨੂੰ ਪਤਾ ਨਾ ਲੱਗ ਜਾਏ ਜਿਹਦੀ ਮੈਂ ਗੱਲ ਕਰਦਾ। ਇਹ ਵੀ ਇੱਕ ਅੰਦਰ ਭੈ ਬੈਠਾ ਹੁੰਦਾ, ਡਰ ਬੈਠਾ ਹੁੰਦਾ ਵੀ ਜੋ ਮੈਂ ਕਹਿ ਰਿਹਾ, ਜਿਹਦੇ ਬਾਰੇ ਕਹਿ ਰਿਹਾ ਕਿਤੇ ਉਹਨੂੰ ਨਾ ਪਤਾ ਚੱਲ ਜੇ ਤੇ ਉਹ ਗੱਲ ਬੋਲਣੀ ਹੀ ਕਿਉਂ ਹੈ, ਜਿਹਦੀ ਗੱਲ ਦਾ ਡਰ ਰਹਿਣਾ ਵੀ ਦੂਜੇ ਨੂੰ ਨਾ ਪਤਾ ਚੱਲ ਜੇ। ਸਤਿਗੁਰੂ ਕਹਿੰਦੇ ਉਹ ਬੋਲਣਾ ਹੀ ਕਾਹਦੇ ਵਾਸਤੇ? ਸਿਆਣਿਆਂ ਦਾ ਇੱਕ ਬਚਨ ਹੈ, ਕਹਿੰਦੇ ਪਹਿਲਾਂ ਤੋਲੋ ਤੇ ਫਿਰ ਬੋਲੋ, ਤਾਂ ਕਿ ਗੱਲ ਤੋਲਣ ਦਾ ਮਤਲਬ ਹੈ ਕਿ ਉਹ ਗੱਲ ਕਰੋ ਜਿਹੜੀ ਤੁਹਾਨੂੰ ਸ਼ਰਮਿੰਦਿਆ ਨਾ ਹੋਣਾ ਪਵੇ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਐਸੇ ਲੋਗਣ ਸਿਉ ਕਿਆ ਕਹੀਏ, ਜੋ ਪ੍ਰਭ ਕੀਨੇ ਭਗਤ ਤੇ ਬਾਝ ਤਿਨ ਤੇ ਸਦਾ ਡਰਾਨੇ ਰਹੀਏ। ਤੇ ਕਬੀਰ ਸਾਹਿਬ ਜੀ ਕਹਿੰਦੇ ਆਪ ਨਾ ਦੇ ਚਿਰੂ ਭਰ ਪਾਣੀ ਤੈ ਨਿੰਦੇ ਜੈ ਗੰਗਾ ਆਨੀ।
ਕਹਿੰਦੇ ਆਪ ਤਾਂ ਕਿਸੇ ਨੂੰ ਪਾਣੀ ਦੀ ਜਿਹੜੀ ਘੁੱਟ ਨਹੀਂ ਪਿਆਈ, ਕਿਸੇ ਨੂੰ ਗਲਾਸ ਪਾਣੀ ਦਾ ਨਹੀਂ ਪਿਆਇਆ, ਪਰ ਜਿਨ੍ਹਾਂ ਨੇ ਨਦੀਆਂ ਚਲਾ ਦਿੱਤੀਆਂ ਪਾਣੀਆਂ ਦੀਆਂ ਕਹਿਣ ਲੱਗੇ ਨਿੰਦਿਆ ਉਹਨਾਂ ਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ, ਕਿਉਂਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਕਹਿੰਦੇ ਨਿੰਦਾ ਬਾਪ ਨਿੰਦਾ ਮਹਤਾਰੀ, ਕਹਿਣ ਲੱਗੇ ਤਾਂ ਮੇਰੇ ਮਾਂ ਬਾਪ ਦੀ ਤਰ੍ਹਾਂ ਹੈ, ਉਹਨਾਂ ਦਾ ਵੀ ਮਾਂ ਬਾਪ ਤੋਂ ਵੀ ਵੱਧ ਸਤਿਕਾਰ ਦੇਣਾ। ਕਿਉਂ ਦੇਣਾ? ਕਹਿੰਦੇ ਮਾਂ ਬਾਪ ਨੇ ਤਾਂ ਬਾਹਰੀ ਮੇਰਾ ਮੈਲਾ ਚੁੱਕਿਆ ਸੀ, ਪਰ ਉਹ ਬੰਦਾ ਤੇ ਜੀਵ ਦੇ ਨਾਲ ਮੇਰਾ ਮੈਲਾ ਚੁੱਕ ਰਿਹਾ, ਇਸ ਕਰਕੇ ਮਾਂ ਬਾਪ ਤੋਂ ਵੀ ਚੰਗਾ ਹੈ ਜਿਹੜਾ ਜ਼ਬਾਨ ਨਾਲ ਮੈਲੇ ਨੂੰ ਚੁੱਕਦਾ। ਮਾਂ ਬਾਪ ਨੇ ਤਾਂ ਉਹਨਾਂ ਨੇ ਤਾਂ ਹੱਥਾਂ ਨਾਲ ਜਿਹੜੀ ਸੀ ਇਸ ਮੈਲੇ ਦੀ ਸਫਾਈ ਕੀਤੀ, ਪਰ ਉਹ ਜੀਭ ਨਾਲ ਕਰ ਰਿਹਾ। ਤੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਜਿੱਥੇ ਇਸ ਤੋਂ ਜੀਵ ਨੂੰ ਰੋਕਿਆ ਗਿਆ, ਸਤਿਗੁਰਾਂ ਨੇ ਹੋਰ ਵੀ ਬਚਨ ਕੀਤੇ ਨੇ। ਸਾਹਿਬ ਜੀ ਕਹਿੰਦੇ ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੀਂ, ਕਹਿੰਦੇ ਸਾਰੀਆਂ ਦਵਾਈਆਂ ਨੇ ਪਰ ਨਿੰਦਿਆ ਵਾਲੇ ਦਾ ਕੋਈ ਦਾਰੂ ਨਹੀਂ, ਉਹਦੀ ਕੋਈ ਦਵਾ ਨਹੀਂ। ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦਿਆਂ, ਨਿੰਦਿਆ ਤੇ ਜਿਹੜੀ ਉਸਤਤ ਹੈ ਦੋਨਾਂ ਨੂੰ ਪਹਿਲਾਂ ਸਮਝਣਾ ਵੀ ਬੜਾ ਜ਼ਰੂਰੀ ਹੈ। ਵੈਸੇ ਮਸਕੀਨ ਸਾਹਿਬ ਨੇ ਤਾਂ ਦੋ ਸ਼ਬਦਾਂ 'ਚ ਇਹਦਾ ਨਿਬੇੜਾ ਕਰ ਦਿੱਤਾ। ਉਹ ਕਹਿੰਦੇ ਨੇ ਕਿ ਜਿਵੇਂ ਫੁੱਲ ਹੋਵੇ ਤੇ ਫੁੱਲ ਨੂੰ ਵੇਖਦਿਆਂ ਹੋਇਆਂ ਉਹਦੇ ਵਿੱਚੋਂ ਸੁਗੰਧੀ ਆਉਂਦੀ ਹੋਵੇ, ਉਹਦੀਆਂ ਪੰਖੜੀਆਂ ਖਿੜੀਆਂ ਹੋਈਆਂ ਹੋਣ, ਉਹ ਮਹਿਕ ਦੇ ਰਿਹਾ ਹੋਵੇ ਤੇ ਕੋਈ ਬੰਦਾ ਉਹਨੂੰ ਕਹੀ ਜਾਵੇ ਤਾਂ ਕੰਡਾ ਹੀ ਹੈ, ਕਹਿੰਦੇ ਫੁੱਲ ਦੀ ਨਿੰਦਿਆ ਹੋ ਰਹੀ ਹੈ। ਪਰ ਹੋਵੇ ਕੰਡਾ ਤੇ ਬੰਦਾ ਉਹਨੂੰ ਫੁੱਲ ਬਣਾ ਕੇ ਪੇਸ਼ ਕਰੇ, ਕਹਿੰਦੇ ਇਹਨੂੰ ਕਹਿੰਦੇ ਆ ਉਸਤਤ। ਫੁੱਲ ਨੂੰ ਕੰਡਾ ਕਹਿਣਾ ਉਹਦੀ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ ਇਹ ਉਹਦੀ ਉਸਤਤ ਹੈ। ਪਰ ਫੁੱਲ ਨੂੰ ਫੁੱਲ ਕੋਈ ਕਹਿ ਰਿਹਾ ਤੇ ਨਾ ਉਹਦੀ ਉਸਤਤ ਕਰ ਰਿਹਾ ਨਾ ਨਿੰਦਿਆ ਕਰ ਰਿਹਾ, ਕੰਡੇ ਨੂੰ ਕੰਡਾ ਕਹਿ ਰਿਹਾ, ਨਾ ਉਹਦੀ ਕੋਈ ਨਿੰਦਿਆ ਨਾ ਕੋਈ ਉਹਦੀ ਉਸਤਤ ਹੈ, ਕੋਈ ਖੁਸ਼ਾਮਦ ਨਹੀਂ। ਇਸੇ ਤਰ੍ਹਾਂ ਜੇ ਬੰਦਾ ਜੋ ਗਲਤ ਹੈ, ਜਿਵੇਂ ਪਿਛਲੇ ਦਿਨਾਂ 'ਚ ਅਸੀਂ ਵੇਖਿਆ ਜਿਹੜੇ ਇਸ ਪੰਜਾਬ ਦੀ ਧਰਤੀ 'ਤੇ ਜਿਨ੍ਹਾਂ ਜੋ ਕੁਝ ਕੀਤਾ ਲੋਕਾਂ ਦੇ ਸਾਰਾ ਕੁਝ ਸਾਹਮਣੇ ਆ ਗਿਆ, ਤੇ ਜਦੋਂ ਉਹਨਾਂ ਦੀ ਗੱਲ ਜੇ ਕੋਈ ਕਰ ਰਿਹਾ ਤੇ ਉਹਨਾਂ ਦੀ ਕੋਈ ਨਿੰਦਿਆ ਨਹੀਂ ਕਰ ਰਿਹਾ, ਜੋ ਕੁਝ ਲੋਕਾਂ ਦੇ ਸਾਹਮਣੇ ਅਸਲੀਅਤ ਸਾਹਮਣੇ ਆ ਗਈ ਵੀ ਇਹ ਡੇਰੇਦਾਰ ਕਰਦੇ ਕੀ ਨੇ, ਕੀ ਕੁਝ ਕਰ ਰਹੇ ਨੇ, ਹੋ ਕੀ ਰਿਹਾ, ਲੋਕਾਂ ਨੂੰ ਸੁਚੇਤ ਕਰਨਾ ਇਹ ਹਰ ਇੱਕ ਦਾ ਫਰਜ਼ ਬਣਦਾ ਕਿ ਐਸੀਆਂ ਜਗ੍ਹਾ 'ਤੇ ਨਾ ਜਾਓ ਜਿਹੜੀਆਂ ਜਗ੍ਹਾ 'ਤੇ ਜਾਣ ਤੋਂ ਬਾਅਦ ਖੁਦ ਨੂੰ ਸ਼ਰਮਿੰਦਗੀ ਝੱਲਣੀ ਪੈਂਦੀ, ਉੱਥੋਂ ਬਚਣਾ ਚਾਹੀਦਾ। ਤਾਂ ਇਹ ਕੀ ਹੈ? ਇਹ ਕੋਈ ਨਾ ਨਿੰਦਿਆ ਤੇ ਨਾ ਉਸ ਦਾ ਜੋ ਸੱਚ ਹੈ ਉਹ ਬਿਆਨ ਕਰਨਾ ਹੈ। ਇੱਥੇ ਸਾਹਿਬ ਜੀ ਕਹਿੰਦੇ ਪਤਾ ਨਾ ਹੋਵੇ ਕਿਸੇ ਦੇ ਬਾਰੇ ਤੇ ਸਿਰਫ ਈਰਖਾ ਦੇ ਵੱਸ ਜੇ ਤੁਸੀਂ ਉਹਦੇ ਬਾਰੇ ਕੁਝ ਬੋਲਦੇ ਹੋ ਤੇ ਸਤਿਗੁਰੂ ਕਹਿੰਦੇ ਉਹਨੂੰ ਨਿੰਦਿਆ। ਕਹਿੰਦੇ ਐਸੀ ਨਿੰਦਿਆ ਇੱਕ ਨਹੀਂ, ਸਾਹਿਬ ਕਹਿੰਦੇ ਅਸੰਖ ਨਿੰਦਕ, ਉਹਨਾਂ ਦੀ ਗਿਣਤੀ ਕੋਈ ਨਹੀਂ ਜਿਹੜੇ ਇਸ ਤਰ੍ਹਾਂ ਨਿੰਦਿਆ ਕਰ ਕਰਕੇ ਸਿਰ ਦੇ ਉੱਤੇ ਵਾਧੂ ਦਾ ਭਾਰ ਚੁੱਕ ਰਹੇ ਹਨ। ਨਾਨਕ ਨੀਚ ਕਹਿ ਵਿਚਾਰ। ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਜੋ ਆਪਣੇ ਆਪ ਨੂੰ ਸਤਿਗੁਰੂ ਮਹਾਰਾਜ ਜੀ ਨੇ ਨਾਨਕ ਨੀਚ ਸ਼ਬਦ ਵਰਤਿਆ, ਭਾਈ ਸਾਹਿਬ ਨੇ ਜਿਵੇਂ ਪੜ੍ਹਿਆ ਠੀਕ ਹੈ। ਇੱਥੇ ਕਈ ਵਾਰ ਅਸੀਂ ਨੂੰ ਅਲੱਗ ਕਰ ਦਿੰਦੇ ਹਾਂ, ਅਸੀਂ ਕਈ ਵਾਰ ਪੜ੍ਹਦੇ ਹਾਂ ਕਿ ਨਾਨਕ ਨੀਚ ਕਹਿ ਵਿਚਾਰ, ਪਰ ਨਹੀਂ, ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਕੱਕੇ ਨੂੰ ਔਂਕੜ ਵਾਲਾ ਆ ਜਾਏ, ਉਹਦੇ ਅਗਲੇ ਵਾਲਾ ਜਿਹੜਾ ਸ਼ਬਦ ਹੋਏਗਾ ਉਹ ਨਾਲ ਹੀ ਬੋਲਣਾ ਪੈਂਦਾ ਹੈ। ਇਹ ਗੁਰਬਾਣੀ ਦਾ ਜੋ ਵਿਆਕਰਨ ਹੈ ਉਹਦੇ ਮੁਤਾਬਕ ਹੈ, ਤਾਂ ਉਹ ਸ਼ਬਦ ਨਾਲ ਕਹਿਣਾ ਪਏਗਾ। ਨਾਨਕ ਸੱਗ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਖਿਆ, ਸੱਗ ਮੈਨੇ ਹੁੰਦਾ ਪੁੱਤਾ। ਤੇ ਹੁਣ ਆਪਾਂ ਕਹੀਏ ਵੀ ਅਸੀਂ ਇਹ ਸ਼ਬਦ ਬੋਲ ਨਹੀਂ ਸਕਦੇ, ਜੋ ਬਾਣੀ 'ਚ ਗੁਰੂ ਸਾਹਿਬ ਨੇ ਬੋਲਿਆ ਸਾਨੂੰ ਉਹੀ ਸ਼ਬਦ ਕਹਿਣਾ ਪਏਗਾ। ਪਰ ਇੱਥੇ ਸਤਿਗੁਰੂ ਮਹਾਰਾਜ ਜੀ ਆਪਣੇ ਆਪ ਨੂੰ, ਕਿਉਂਕਿ ਜਿਹੜੀ ਉੱਪਰਲੀ ਪੌੜੀ ਵਿੱਚ ਜ਼ਿਕਰ ਆ ਰਿਹਾ ਨਾ ਜਿਨ੍ਹਾਂ ਦਾ, ਉਹਨਾਂ ਸਾਰਿਆਂ ਦਾ ਜ਼ਿਕਰ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਨਾਨਕ ਨੀਚ ਵਿਚਾਰਾ ਜਿਹੜਾ, ਇਹਨਾਂ ਬਾਰੇ ਕੀ ਕਹਿ ਸਕਦਾ ਵਾਹਿਗੁਰੂ ਪਰਮਾਤਮਾ, ਇਹ ਵੀ ਤੇਰੀ ਖੇਡ ਹੀ ਚੱਲ ਰਹੀ ਹੈ, ਇਹ ਨਹੀਂ ਕਿ ਤੇਰੀ ਖੇਡ ਤੋਂ ਬਾਹਰ ਨੇ। ਹੇ ਵਾਹਿਗੁਰੂ ਪਰਮਾਤਮਾ ਤੂੰ ਹੀ ਇਹਨਾਂ ਨੂੰ ਪੈਦਾ ਕੀਤਾ, ਮੈਂ ਇਹਨਾਂ ਦੇ ਬਾਰੇ ਕੀ ਵਿਚਾਰ ਦੇ ਸਕਦਾ ਹਾਂ। ਵਾਰਿਆ ਨਾ ਜਾਵਾਂ ਏਕ ਵਾਰ। ਹੇ ਵਾਹਿਗੁਰੂ ਪਰਮਾਤਮਾ ਮੈਂ ਤਾਂ ਤੁਛ ਜੀਵ ਹਾਂ, ਤੇਰੇ ਤੋਂ ਇੱਕ ਵਾਰ ਵੀ ਸਦਕੇ ਜਾਣ ਜੋਗਾ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਨਿਰੰਕਾਰ ਪਰਮਾਤਮਾ ਜੋ ਤੈਨੂੰ ਭਾਉਂਦਾ ਹੈ ਉਹ ਭਲਾ ਹੈ, ਭਾਵ ਕਿ ਤੇਰੀ ਰਜ਼ਾ ਮੰਨਣੀ, ਤੇਰਾ ਹੁਕਮ ਮੰਨਣਾ ਇਹੀ ਅਸਲ ਵਿੱਚ ਭਲਾ ਹੈ। ਜੋ ਤੈਨੂੰ ਭਾਉਂਦਾ ਹੈ ਉਹ ਚੰਗਾ ਲੱਗ ਜਾਏ ਸਾਨੂੰ। ਤੂੰ ਸਦਾ ਸਲਾਮਤ ਨਿਰੰਕਾਰ। ਕਿਉਂਕਿ ਤੂੰ ਸਦੀਵੀ ਹੈ, ਸਦਾ ਤੌਰ ਤੇ ਹੈ ਪਰਮਾਤਮਾ, ਤੈਨੂੰ ਕੋਈ ਹਿਲਾ ਨਹੀਂ ਸਕਦਾ ਤੇਰੀ ਜਗ੍ਹਾ ਤੋਂ, ਤੂੰ ਸਦਾ ਸਥਿਰ ਤੇ ਨਿਰਾਕਾਰ ਹੈ। ਅਸੰਖ ਨਾਵ ਅਸੰਖ ਥਾਵ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੰਖ ਨਾਵ ਅਸੰਖ ਥਾਮ, ਕੋਈ ਨਾਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤਨੇ ਕੁ ਨਾਮ ਨੇ ਜੀਵਾਂ ਦੇ, ਪਸ਼ੂ ਪੰਛੀਆਂ ਦੇ, ਸਵੇਰੇ ਵੀ ਆਪਾਂ ਬੇਨਤੀ ਕੀਤੀ ਸੀ। ਤੇ ਸਤਿਗੁਰੂ ਕਹਿੰਦੇ ਥਾਂ ਕੋਈ ਜਗ੍ਹਾ ਦਾ ਵੀ ਹਿਸਾਬ ਨਹੀਂ ਲਾਇਆ ਜਾ ਸਕਦਾ, ਕਿਉਂਕਿ ਧਰਤੀ ਹੋਰ ਪਰ ਹੈ, ਹੋਰ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਕਿਤਨੇ ਕੁ ਬ੍ਰਹਿਮੰਡ ਨੇ, ਕਿਤਨੇ ਕੁ ਖੰਡ ਨੇ, ਕਿੰਨੀਆਂ ਕੁ ਧਰਤੀਆਂ। ਸਤਿਗੁਰੂ ਕਹਿੰਦੇ ਨਾ ਜੀਵਾਂ ਦੇ ਨਾਵਾਂ ਦੀ ਕੋਈ ਗਿਣਤੀ ਕੀਤੀ ਜਾ ਸਕਦੀ, ਨਾ ਹੇ ਪਰਮਾਤਮਾ ਤੇਰੀਆਂ ਬਣਾਈਆਂ ਹੋਈਆਂ ਜਗ੍ਹਾ ਉਹਨਾਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦਾ। ਅਗੰਮ ਅਗੰਮ ਸੰਖ ਲੋ। ਹੇ ਵਾਹਿਗੁਰੂ ਪਰਮਾਤਮਾ ਅਗੰਮ ਦਾ ਅਰਥ ਹੁੰਦਾ ਜਿੱਥੋਂ ਤੱਕ ਸਾਡੀ ਪਹੁੰਚ ਨਾ ਹੋ ਸਕੇ। ਹੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਜੀ
ਤੇਰੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਅਸੰਖ ਲੋ ਬਣਾਏ ਨੇ, ਭਾਵ ਕਿ ਤੂੰ ਕਿੰਨੀਆਂ ਕੁ ਧਰਤੀਆਂ, ਕਿਤਨੇ ਕੁ ਬ੍ਰਹਿਮੰਡ, ਕਿਤਨੇ ਕੁ ਜੋ ਕੁਝ ਤੂੰ ਸੰਸਾਰ ਤੇ ਬਣਾਇਆ, ਜਿਨ੍ਹਾਂ ਦੀ ਅੱਜ ਖੋਜ ਹੋ ਰਹੀ। ਕੋਈ ਕਹਿੰਦਾ ਜੀ ਮੰਗਲ ਗ੍ਰਹਿ ਤੇ ਗਿਆ, ਕੋਈ ਕਹਿੰਦਾ ਚੰਦਰਮਾ ਤੇ ਗਿਆ, ਕੋਈ ਕਹਿੰਦਾ ਜੀ ਕਿਤੇ ਜਾਂਦੇ ਅਜੇ ਤਾਂ ਇਹ ਉਰੇ ਉਰੇ ਤੁਰੇ ਫਿਰਦੇ ਨੇ, ਸਿੱਟੇ ਤੇ ਕੋਈ ਨਹੀਂ ਪਹੁੰਚ ਸਕਦਾ ਵੀ ਕੋਈ ਕਵੇ ਮੈਂ ਅਸਲੀਅਤ ਨੂੰ ਲੱਭ ਲਿਆ। ਸਤਿਗੁਰੂ ਕਹਿੰਦੇ ਤੂੰ ਆਗੰਮ ਹੈ ਪਰਮਾਤਮਾ, ਭਾਵ ਕਿ ਤੇਰੇ ਤੱਕ ਪੂਰਨ ਤੌਰ ਤੇ ਪਹੁੰਚ ਨਹੀਂ ਹੋ ਸਕਦੀ। ਅਸੰਖ ਕਹਿ ਸਿਰ ਭਾਰ ਹੋਏ। ਇੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਨਿਰੰਕਾਰ ਪਰਮਾਤਮਾ, ਅਸੰਖ ਕਹਿਣਾ ਵੀ ਸਿਰ ਦੇ ਉੱਤੇ ਭਾਰ ਚੁੱਕਣਾ ਹੈ। ਵੀ ਜੇ ਅਸੰਖ ਸ਼ਬਦ ਵੀ ਵਰਤਣਾ ਜਿਹੜਾ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹੇ ਪਰਮਾਤਮਾ, ਮੈਂ ਸਮਝਦਾ ਇਹ ਵੀ ਇੱਕ ਭਾਰ ਹੈ ਸਿਰ ਦੇ ਉੱਤੇ, ਕਿਉਂਕਿ ਤੂੰ ਅਸੰਖ ਤੋਂ ਵੀ ਪਰੇ ਦੀ ਗੱਲ ਹੈ। ਇਸ ਕਰਕੇ ਅਸੰਖ ਸ਼ਬਦ ਵੀ ਵਾਹਿਗੁਰੂ ਪਰਮਾਤਮਾ ਵਰਤੇ ਜ਼ਰੂਰ ਰਹੇ ਹਾਂ, ਪਰ ਇਹ ਵੀ ਅਸੰਖ ਸ਼ਬਦ ਵਰਤਣਾ ਵੀ ਇਉਂ ਹੈ ਜਿਵੇਂ ਸਿਰ ਦੇ ਉੱਤੇ ਭਾਰ ਚੁੱਕਣਾ। ਭਾਵ ਕਿ ਹੇ ਪਰਮਾਤਮਾ ਵਾਹਿਗੁਰੂ ਜੀਓ, ਤੇਰੀਆਂ ਬਣਾਈਆਂ ਹੋਈਆਂ ਜੋ ਕੁਝ ਤੂੰ ਸੰਸਾਰ ਤੇ ਬਣਾਇਆ, ਕੀਤੀ ਰਚਨਾ, ਜਿਵੇਂ ਜਿਵੇਂ ਤੂੰ ਜੀਵਾਂ ਨੂੰ ਜੋ ਚਲਾ ਰਿਹਾ, ਜੋ ਕੁਝ ਕਰ ਰਿਹਾ, ਇਹਨਾਂ ਸਾਰਿਆਂ ਵਾਸਤੇ ਅਸੰਖ ਸ਼ਬਦ ਵੀ ਥੋੜਾ ਹੈ। ਅਖਰੀ ਨਾਮ ਅਖਰੀ ਸਲਾਹ। ਪਰ ਹੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਜੀ, ਕੋਈ ਗੱਲ ਵੀ ਕਹਿਣੀ ਹੋਵੇ ਤੇ ਅੱਖਰ ਤਾਂ ਚਾਹੀਦੇ ਨੇ ਉਹਦੇ ਵਾਸਤੇ, ਕਿਉਂਕਿ ਕੋਈ ਵੀ ਗੱਲ ਕਰਾਂਗੇ ਅੱਖਰਾਂ ਤੋਂ ਬਿਨਾਂ ਕਿਵੇਂ ਕਰ ਸਕਦੇ। ਪਰਮਾਤਮਾ ਨਾਲ ਸਾਂਝ ਵੀ ਤਾਂ ਅੱਖਰਾਂ ਨਾਲ ਹੀ ਪੈ ਸਕਦੀ। ਕਿਸੇ ਨਾਲ ਵੀ ਆਪਾਂ ਦੁਨਿਆਵੀ ਤੌਰ ਤੇ ਵੀ ਲੈ ਲਈਏ ਤਾਂ ਕਿਸੇ ਬੰਦੇ ਨਾਲ ਕੋਈ ਸਾਂਝ ਪਾਉਣੀ ਅੱਖਰਾਂ ਨਾਲ ਹੀ ਪਏਗੀ ਨਾ। ਉਹਨੂੰ ਆਪਾਂ ਉਹਦਾ ਨਾਂ ਪੁੱਛਾਂਗੇ, ਪਿੰਡ ਪੁੱਛਾਂਗੇ, ਥਾਂ ਟਿਕਾਣਾ ਪੁੱਛਾਂਗੇ, ਉਹਦੇ ਨਾਲ ਗੱਲਬਾਤ ਕਰਾਂਗੇ। ਜਿੰਨਾ ਚਿਰ ਕੋਈ ਗੱਲਬਾਤ ਨਹੀਂ ਕਰਦਾ, ਸਾਂਝ ਕਿਵੇਂ ਬਣ ਸਕਦੀ ਹੈ। ਸਤਿਗੁਰੂ ਕਹਿੰਦੇ ਨੇ, ਹੇ ਨਿਰੰਕਾਰ ਪਰਮਾਤਮਾ, ਤੇਰਾ ਨਾਮ ਵੀ ਅਸਲ ਵਿੱਚ ਅੱਖਰਾਂ ਵਿੱਚ ਹੀ ਹੈ ਨਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਅੰਗ ਜਿਹੜੇ ਨੇ, ਹੈ ਤਾਂ ਇਹ ਵੀ ਸ਼ਬਦ ਜਿਹੜੇ ਅੱਖਰ ਹੀ ਆਪਾਂ ਵਰਤ ਸਕਦੇ ਹਾਂ ਨਾ। ਸਤਿਗੁਰੂ ਕਹਿੰਦੇ ਨੇ, ਹੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਜੀਓ, ਅਸੰਖ ਕਹਿਣਾ ਭਾਵੇਂ ਸਿਰ ਤੇ ਭਾਰ ਹੈ, ਪਰ ਹੇ ਨਿਰੰਕਾਰ ਪਰਮਾਤਮਾ, ਤੇਰੀ ਸਿਫਤ ਵੀ ਤਾਂ ਅੱਖਰਾਂ ਦੇ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅੱਖਰਾਂ ਰਾਹੀਂ ਤੇਰੇ ਨਾਮ ਨੂੰ ਬਿਆਨ ਕੀਤਾ ਜਾ ਸਕਦਾ ਹੈ। ਅਖਰੀ ਗਿਆਨ ਗੀਤ ਗੁਣ ਗਾਹ। ਅੱਖਰਾਂ ਰਾਹੀਂ ਹੀ ਗਿਆਨ ਮਿਲ ਸਕਦਾ ਹੈ, ਸੋਝੀ ਮਿਲ ਸਕਦੀ ਹੈ, ਸਮਝ ਮਿਲ ਸਕਦੀ ਹੈ। ਜਿੰਨਾ ਸੰਸਾਰ ਵਿੱਚ ਆਪਾਂ ਜੋ ਕੁਝ ਵੀ ਵੇਖਦੇ ਹਾਂ, ਸਾਰੀ ਖੇਡ ਤਾਂ ਅੱਖਰਾਂ ਦੀ ਹੈ ਨਾ। ਅੱਖਰਾਂ ਤੋਂ ਸਾਰੀ ਗੱਲ ਸ਼ੁਰੂ ਹੁੰਦੀ। ਹਰ ਬੰਦੇ ਨੇ ਕਿਸੇ ਵੀ ਮੰਜ਼ਿਲ ਤੇ ਪਹੁੰਚਣਾ ਤਾਂ ਗੱਲ ਅੱਖਰਾਂ ਤੋਂ ਸ਼ੁਰੂ ਹੋਏਗੀ। ਅੱਖਰਾਂ ਦੇ ਰਾਹੀਂ ਕਿਤੇ ਦੀ ਕਿਤੇ ਇਨਸਾਨ ਪਹੁੰਚ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਗਾਹ ਦਾ ਅਰਥ ਆਪਾਂ ਜਿਵੇਂ ਪਿਛਲੀਆਂ ਪੰਕਤੀਆਂ ਵਿੱਚ ਵੀ ਕੀਤਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਹ ਦਾ ਅਰਥ ਹੁੰਦਾ ਗਾਉਣ ਵਾਲੇ, ਵਾਕਫੀਤ ਰੱਖਣ ਵਾਲੇ, ਪਰਮਾਤਮਾ ਨਾਲ ਸਾਂਝ ਪਾਉਣ ਵਾਲੇ। ਹੇ ਨਿਰੰਕਾਰ ਪਰਮਾਤਮਾ ਜੀ, ਤੇਰੇ ਨਾਮ ਰਾਹੀਂ ਗਿਆਨ ਮਿਲ ਸਕਦਾ, ਤੇਰੇ ਨਾਮ ਰਾਹੀਂ ਤੇਰੇ ਗੀਤ ਗਾਏ ਜਾ ਸਕਦੇ ਆ, ਤੇਰੇ ਗੁਣ ਗਾਏ ਜਾ ਸਕਦੇ, ਤੇਰੇ ਨਾਲ ਸਾਂਝ ਵੀ ਅੱਖਰਾਂ ਦੇ ਰਾਹੀਂ ਹੀ ਪੈ ਸਕਦੀ ਹੈ। ਅਖਰੀ ਲਿਖਣ ਬੋਲਣ ਬਾਣ। ਅੱਖਰਾਂ ਰਾਹੀਂ ਹੀ ਲਿਖਿਆ ਜਾ ਸਕਦਾ ਤੇਰੇ ਨਾਮ ਨੂੰ। ਬਾਣ ਦਾ ਅਰਥ ਵਿਦਵਾਨਾਂ ਨੇ ਬਾਣੀ ਕੀਤਾ ਹੈ। ਅੱਖਰਾਂ ਰਾਹੀਂ ਨਿਰੰਕਾਰ ਪਰਮਾਤਮਾ ਵਾਹਿਗੁਰੂ ਤੇਰੀ ਬਾਣੀ ਲਿਖੀ ਜਾ ਸਕਦੀ ਹੈ। ਬੋਲਣਾ ਇਹ ਵੀ ਅੱਖਰ ਚਾਹੀਦੇ ਹਨ। ਅੱਖਰਾ ਸਿਰ ਸੰਜੋਗ ਵਖਾਣ। ਇਹ ਨਿਰੰਕਾਰ ਪਰਮਾਤਮਾ ਜੀ, ਜੋ ਤੂੰ ਜੀਵਾਂ ਦੇ ਸੰਜੋਗ ਲਿਖੇ ਨੇ, ਲੇਖ ਲਿਖੇ, ਇਹ ਵੀ ਤਾਂ ਅੱਖਰਾਂ ਦੇ ਰਾਹੀਂ ਲਿਖਣੇ ਪਏ, ਭਾਵ ਉੱਥੇ ਵੀ ਅੱਖਰ ਵਰਤਣੇ ਪਏ। ਜਿਨ ਇਹ ਲਿਖੇ ਤਿਸਰ ਨਾਹੇ। ਪਰ ਇੱਕ ਗੱਲ ਜੀਵ ਸਮਝ ਲਵੇ ਕਿ ਜਿਸ ਪਰਮਾਤਮਾ ਨੇ ਸਾਰੇ ਲੇਖ ਜੀਵਾਂ ਦੇ ਲਿਖੇ ਨੇ, ਜਿਹਦੇ ਵਾਸਤੇ ਅੱਖਰ ਸ਼ਬਦ ਵਰਤੇ ਜਾ ਸਕਦੇ ਆ, ਉਸ ਨਿਰੰਕਾਰ ਪਰਮਾਤਮਾ ਦੇ ਉੱਤੇ ਕੋਈ ਸ਼ਬਦ ਨਹੀਂ ਢੁਕਦਾ, ਭਾਵ ਕਿ ਉਹ ਲੇਖੇ ਤੋਂ ਬਾਹਰ ਹੈ। ਨਿਰੰਕਾਰ ਪਰਮਾਤਮਾ ਜਿਨ ਕੇ ਲਿਖੇ, ਜਿਹੜਾ ਜੀਵਾਂ ਦੇ ਲੇਖ ਲਿਖ ਰਿਹਾ, ਉਹਦੇ ਸਿਰ ਦੇ ਉੱਤੇ ਕਿਸੇ ਨੇ ਲੇਖ ਕੋਈ ਨਹੀਂ ਲਿਖਿਆ ਹੋਇਆ, ਕਿਉਂਕਿ ਨਿਰੰਕਾਰ ਪਰਮਾਤਮਾ ਹੈ ਹੀ ਇੱਕ ਆਪਣੇ ਆਪ ਵਿੱਚ ਇੱਕੋ ਹੀ ਹੈ ਪਰਮਾਤਮਾ। 2 4 5 10 ਹੋਣ ਤੇ ਝਗੜਾ ਵੀ ਤਾਂ ਹੁੰਦਾ ਹੈ। 2 4 5 10 ਹੋਣ ਤੇ ਤਾਂ ਹੀ ਇੱਕ ਦੂਜੇ ਤੇ ਧੱਕਾ ਕਰ ਸਕਦੇ ਆ, ਦੂਜੇ ਦੇ ਬਾਰੇ ਕਹਿ ਸਕਦੇ ਪਰਮਾਤਮਾ ਹੈ ਹੀ ਇੱਕ ਹੈ। ਇਸ ਕਰਕੇ ਇੱਕ ਪਰਮਾਤਮਾ ਦੇ ਉੱਤੇ ਕੌਣ ਕੋਈ ਧੱਕਾ ਕਰ ਸਕਦਾ ਜਾਂ ਕੌਣ ਉਹਦੇ ਲੇਖ ਲਿਖ ਸਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀਓ, ਤੂੰ ਜੀਵਾਂ ਦੇ ਲੇਖ ਲਿਖਦਾ, ਪਰ ਤੇਰੇ ਸਿਰ ਦੇ ਉੱਤੇ ਕੋਈ ਲੇਖ ਨਹੀਂ, ਭਾਵ ਤੂੰ ਇਹਨਾਂ ਤੋਂ ਬਾਹਰ ਹੈ। ਜਿਵ ਫਰਮਾਏ ਤਿਵ ਤਿਵ ਪਾਹੇ। ਜਿਵੇਂ ਤੂੰ ਫਰਮਾਉਂਦਾ ਹੈ, ਭਾਵ ਕਿ ਲੇਖਾਂ ਦੇ ਮੁਤਾਬਕ ਜਿਵੇਂ ਤੂੰ ਇਹਨਾਂ ਜੀਵਾਂ ਨੂੰ ਲਾ ਰਿਹਾ ਨਿਰੰਕਾਰ ਪਰਮਾਤਮਾ ਜੀ, ਤਿਵ ਤਿਵ ਪਾਹੇ। ਇਹ ਜੀਵ ਉਸੇ ਤਰ੍ਹਾਂ ਹੀ ਕਰ ਰਹੇ ਨੇ ਜਿਵੇਂ ਤੂੰ ਚਲਾ ਰਿਹਾ। ਤੇਰੇ ਲਿਖੇ ਹੋਏ ਲੇਖਾਂ, ਤੇਰੇ ਜਿਹੜੇ ਹੇ ਪਰਮਾਤਮਾ ਵਾਹਿਗੁਰੂ ਤੂੰ ਲੇਖ ਲਿਖ ਦਿੱਤੇ ਆ, ਉਹਦੇ ਮੁਤਾਬਕ ਹੀ ਜੀਵ ਕਰਦੇ ਹਨ। ਜੇਤਾ ਕੀਤਾ ਤੇਤਾ ਨਾਉ। ਹੇ ਪਰਮਾਤਮਾ ਵਾਹਿਗੁਰੂ ਜੀ, ਜੇਤਾ ਕੀਤਾ ਜੋ ਕੁਝ ਤੂੰ ਬਣਾਇਆ, ਨਾਮ ਤੋਂ ਬਿਨਾਂ ਕੁਝ ਨਹੀਂ ਹੈ। ਸਭ ਜਗ੍ਹਾ ਦੇ ਉੱਤੇ ਤੇਰਾ ਟਿਕਾਣਾ ਹੈ, ਸਭ ਜਗ੍ਹਾ ਦੇ ਉੱਤੇ ਤੂੰ ਆਪ ਮੌਜੂਦ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਜਹ ਜਹ ਵੇਖੂੰ ਤਹ ਹਜ਼ੂਰ, ਦੂਰ ਕਤੂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਜਿੱਥੇ ਵੀ ਹੈ ਪਰਮਾਤਮਾ ਦਾ ਆਪਣਾ ਵਾਸਾ ਹੈ,
ਭਗਤਾਂ ਨੇ ਤਾਂ ਇਉਂ ਵੀ ਕਿਹਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਇਹ ਵੀ ਕਹਿ ਦਿੱਤਾ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹਰ ਜਗ੍ਹਾ ਤੇ ਪਰਮਾਤਮਾ, ਸਾਰੇ ਸਰੀਰਾਂ ਵਿੱਚ ਵੀ ਉਹਦਾ ਆਪਣਾ ਹੀ ਵਾਸਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਬਾਹਰ ਭੀਤਰ ਇੱਕ ਹੋ ਜਾਨੋ। ਉਸ ਜਿਹੜਾ ਪਰਮਾਤਮਾ ਸਾਡੇ ਅੰਦਰ ਹੈ ਨਾ ਤੇ ਬਾਹਰ ਵੀ ਉਹੀ ਹੈ, ਬਾਹਰ ਭੀਤਰ ਇੱਕ ਹੋ ਜਾਨੋ। ਇਹ ਗੁਰ ਗਿਆਨ ਬਤਾਈ, ਕਹਿੰਦੇ ਕਿ ਗੁਰੂ ਨੇ ਸਮਝ ਦਿੱਤੀ ਕਿ ਨਿਰੰਕਾਰ ਪਰਮਾਤਮਾ ਬਾਹਰ ਵੀ ਉਹੀ ਦਾ ਵਾਸਾ, ਜੀਵ ਦੇ ਅੰਦਰ ਵੀ ਉਸੇ ਦਾ ਹੀ ਵਾਸਾ। ਤੋਂ ਸਹਿਬ ਕਿਰਪਾ ਕਰਦੇ ਨੇ। ਹੇ ਪਰਮਾਤਮਾ ਵਾਹਿਗੁਰੂ, ਜੋ ਕੁਝ ਤੂੰ ਬਣਾਇਆ, ਜਿੱਥੇ ਵੀ ਬਣਾਇਆ ਉੱਥੇ ਤੇਰਾ ਨਾਮ ਜ਼ਰੂਰ ਹੈ। ਤੇਰੇ ਨਾਮ ਤੋਂ ਬਿਨਾਂ ਕੋਈ ਐਸਾ ਜਗ੍ਹਾ ਨਹੀਂ, ਟਿਕਾਣਾ ਨਹੀਂ। ਇਹਨੂੰ ਰਾਮਾਨੰਦ ਜੀ ਨੇ ਇਵੇਂ ਵੀ ਵਰਤਿਆ ਸ਼ਬਦ ਨੂੰ। ਉਹ ਕਹਿੰਦੇ ਨੇ ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਮੈਂ ਇੱਕ ਜਗ੍ਹਾ ਛੱਡ ਕੇ ਦੂਜੀ ਤੇ ਤਾਂ ਹੀ ਜਾਵਾਂ ਨਾ ਜਿੱਥੇ ਹਾਂ ਉੱਥੇ ਰੱਬ ਨਾ ਹੋਵੇ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਹੇ ਪਰਮਾਤਮਾ, ਹਰ ਜਗ੍ਹਾ ਤੇ ਤੂੰ ਮੌਜੂਦ ਹੈ, ਤੇਰਾ ਨਾਮ ਹਰ ਜਗ੍ਹਾ ਤੇ ਹੈ। ਵਿਣ ਨਾਵੈ ਨਾਹੀ ਕੋ ਥਾਉ। ਕੋਈ ਥਾਂ ਨਹੀਂ, ਕੋਈ ਜਗ੍ਹਾ ਨਹੀਂ ਜਿੱਥੇ ਬੰਦਾ ਕਹਿ ਸਕਦਾ ਹੋਵੇ ਕਿ ਨਹੀਂ ਫਲਾਨੀ ਜਗ੍ਹਾ ਤੇ ਰੱਬ ਨਹੀਂ ਰਹਿੰਦਾ। ਵੈਸੇ ਜੀਵ ਮੰਨਦਾ ਉਤਨਾ ਇਹੋ ਹੀ ਹੈ ਕਿ ਗੁਰਦੁਆਰੇ ਦੀ, ਧਾਰਮਿਕ ਸਥਾਨ, ਧਰਮ ਮੰਦਰ, ਕਿਸੇ ਵੀ ਧਰਮ ਦੇ ਤੁਸੀਂ ਸਥਾਨ ਲੈ ਲਓ, ਬੰਦੇ ਦੇ ਮਨ 'ਚ ਭੁਲੇਖਾ ਵੀ ਚਾਰ ਦੀਵਾਰੀ 'ਚ ਰੱਬ ਰਹਿੰਦਾ, ਬਾਹਰ ਨਹੀਂ ਹੈ। ਤਾਂ ਹੀ ਤਾਂ ਬੰਦਾ ਗੁਰਦੁਆਰੇ ਆ ਕੇ ਥੋੜ੍ਹਾ ਬਹੁਤਾ ਭੈ ਰੱਖਦਾ, ਬਾਹਰ ਉਸੇ ਵੇਲੇ ਖਤਮ ਹੋ ਜਾਂਦਾ। ਆਪਾਂ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਦਾਖਲ ਹੁੰਦਿਆਂ ਸਾਰੇ ਕਹਿ ਦਿੰਦੇ ਆ ਨਾ ਵੀ ਗੁਰਦੁਆਰੇ ਆ ਕੇ ਥੋੜ੍ਹਾ ਇਹੋ ਜਿਹੀਆਂ ਗੱਲਾਂ ਕਰੀਦੀਆਂ, ਇਹਦਾ ਮਤਲਬ ਬਾਹਰ ਕਰੀ ਚੱਲੋ। ਜਦੋਂ ਅਸੀਂ ਇਹ ਪੜਾਂਗੇ ਕਿ ਇਹ ਸੱਚ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕੀ ਕੋਠੜੀ ਕਿਹੜੀ ਹੋਈ? ਇੱਕ ਤਾਂ ਆ ਜਿਹੜਾ ਸਰੀਰ ਹੈ ਤੇ ਦੂਜਾ ਪੂਰਾ ਵਿਸ਼ਵ, ਇਹ ਸਾਰੇ ਸੱਚੇ ਦੀ ਕੋਠੜੀ ਹੈ ਨਾ। ਤੇ ਸੱਚੇ ਕਾ ਵਿੱਚ ਵਾਸ, ਜਦੋਂ ਸਾਰਾ ਵਿਸ਼ਵ ਵੀ ਸੱਚੇ ਦੀ ਕੋਠੜੀ, ਸੱਚੇ ਦਾ ਵਿੱਚ ਵਾਸਾ ਹੈ, ਤੇ ਫਿਰ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਵਿੱਚ ਤੇ ਨਾ ਮੰਨ ਕੇ ਬੈਠ ਜੇ ਵੀ ਇੱਥੇ ਰੱਬ ਹੈ ਤੇ ਬਾਹਰ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਥਾਂ ਐਸੀ ਨਹੀਂ ਹੈ ਪਰਮਾਤਮਾ ਜਿੱਥੇ ਤੇਰੇ ਨਾਮ ਦਾ ਵਾਸਾ ਨਹੀਂ ਹੈ, ਭਾਵ ਤੂੰ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਕੁਦਰਤ ਕਵਣ ਕਹਾ ਵਿਚਾਰ। ਤੇਰੀ ਕੁਦਰਤ ਦੀ ਹੈ ਵਾਹਿਗੁਰੂ ਪਰਮਾਤਮਾ, ਮੈਂ ਤੁਝ ਜਿਹਾ ਜੀਵ ਕੀ ਵਿਚਾਰ ਕਰ ਸਕਦਾ ਹਾਂ। ਵਾਰਿਆ ਨਾ ਜਾਵਾਂ ਏਕ ਵਾਰ। ਇੱਕ ਵਾਰ ਵੀ ਹੈ ਪਰਮਾਤਮਾ ਵਾਹਿਗੁਰੂ ਜੀ ਤੇਰੇ ਤੋਂ ਸਦਕੇ ਨਹੀਂ ਜਾਇਆ ਜਾ ਸਕਦਾ, ਭਾਵ ਕਿ ਨਹੀਂ ਜਾ ਰਹੇ ਸੀ ਤੇਰੇ ਤੋਂ ਸਦਕੇ ਜਿੰਨਾ ਜਾਣਾ ਚਾਹੀਦਾ ਸਾਨੂੰ। ਦਿਨ ਵਿੱਚ ਪਰਮਾਤਮਾ ਵਾਹਿਗੁਰੂ ਜੀ ਕਰੋੜਾਂ ਵਾਰ ਵੀ ਤੇਰੇ ਤੋਂ ਬਲਿਹਾਰ ਜਾਈਏ, ਸਦਕੇ ਜਾਈਏ, ਤੇਰੀ ਸਿਫਤ ਕਰੀਏ ਤਾਂ ਵੀ ਥੋੜ੍ਹੀ ਹੈ। ਸਹਿਬ ਕਿਰਪਾ ਕਰਦੇ ਨੇ, ਮੈਂ ਤੁਝ ਜੀਵ ਹੇ ਪਰਮਾਤਮਾ ਵਾਹਿਗੁਰੂ ਜੀ ਇੱਕ ਵਾਰ ਵੀ ਤੇਰੇ ਤੋਂ ਸਦਕੇ ਨਹੀਂ ਜਾ ਰਿਹਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਨਿਰੰਕਾਰ ਪਰਮਾਤਮਾ, ਜੋ ਤੈਨੂੰ ਭਾਉਂਦਾ ਹੈ, ਭਲਾ ਹੈ, ਚੰਗਾ ਹੈ, ਇਹ ਜੀਵ ਆਪਣੇ ਅੰਦਰ ਧਾਰਨ ਕਰ ਲਵੇ ਕਿ ਹੇ ਨਿਰੰਕਾਰ ਪਰਮਾਤਮਾ ਜੋ ਤੂੰ ਕਰ ਰਿਹਾ ਹੈ ਉਹ ਭਲਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਵਿੱਚ ਉਹਦੀ ਰਜ਼ਾ ਨੂੰ ਮੰਨਣਾ ਹੀ ਅਸਲ ਵਿੱਚ ਜਿਹੜਾ ਹੈ ਜੀਵ ਪਰਮਾਤਮਾ ਤੋਂ ਬਖਸ਼ਿਸ਼ ਲੈ ਸਕਦਾ। ਜੇ ਰੱਬ ਦੇ ਉੱਤੇ ਗਿਲਾ ਕਰੇਗਾ ਕਿ ਆਹ ਨਹੀਂ ਦਿੱਤਾ ਮੈਨੂੰ, ਉਹ ਨਹੀਂ ਦਿੱਤਾ, ਜਾਂ ਮੈਨੂੰ ਵੱਧ ਦੇਣਾ ਚਾਹੀਦਾ ਸੀ, ਜਾਂ ਮੈਂ ਯੋਗ ਜ਼ਿਆਦਾ ਸੀ, ਘੱਟ ਵਸਤੂਆਂ ਤੂੰ ਮੈਨੂੰ ਦਿੱਤੀਆਂ ਨੇ, ਸਾਹਿਬ ਕਹਿੰਦੇ ਗਿਲਾ ਨਾ ਕਰੀਏ ਪਰਮਾਤਮਾ ਦੇ ਉੱਤੇ। ਜੋ ਕੁਝ ਕਰ ਰਿਹਾ, ਜੋ ਪਰਮਾਤਮਾ ਕਰ ਰਿਹਾ ਉਸ ਨੂੰ ਭਲਾ ਕਰਕੇ ਜਾਣਨਾ ਚਾਹੀਦਾ। ਹੇ ਪਰਮਾਤਮਾ ਵਾਹਿਗੁਰੂ, ਜੋ ਤੂੰ ਕੀਤਾ, ਜੋ ਤੂੰ ਕਰੇਗਾ, ਜੋ ਤੂੰ ਕਰ ਰਿਹਾ ਹੈ ਭਲਾ ਹੀ ਹੈ, ਭਾਵ ਉਹਦੀ ਰਜ਼ਾ ਨੂੰ ਮੰਨਣਾ ਹੀ ਇਹਦੇ ਵਿੱਚ ਜੀਵ ਦਾ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਪਰਮਾਤਮਾ ਵਾਹਿਗੁਰੂ ਜੀ, ਤੂੰ ਸਦੀ ਵੀ ਹੈ, ਸਦਾ ਹੀ ਹੈ ਪਰਮਾਤਮਾ ਪਰਮੇਸ਼ਰ ਜੀਓ। ਤੈਨੂੰ ਕੋਈ ਤੇਰੇ ਟਿਕਾਣੇ ਤੋਂ ਨਹੀਂ ਹਿਲਾ ਸਕਦਾ, ਤੇ ਨਿਰੰਕਾਰ ਪਰਮਾਤਮਾ ਤੂੰ ਨਿਰਾਕਾਰ ਹੈ। ਭਰਿਆ ਹੱਥ ਪੈਰ ਤਨ ਦੇਹ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਕੁਝ ਉਦਾਹਰਨਾਂ ਦਿੰਦੇ ਨੇ, ਪ੍ਰਮਾਣ ਦਿੰਦੇ ਨੇ, ਕਿਵੇਂ ਜਿਵੇਂ ਹੱਥ ਪੈਰ ਤਨ ਤੇ ਦੇਹ, ਸਾਡੇ ਹੱਥ ਨੇ, ਪੈਰ ਹੈ, ਸਰੀਰ ਹੈ, ਦੇਹੀ ਸਾਡੀ ਜਿਹੜੀ ਹੈ। ਸਤਿਗੁਰੂ ਮਹਾਰਾਜ ਜੀ ਇਸ ਦੀ ਗੱਲ ਕਰਦਿਆਂ ਹੋਇਆਂ ਬਖਸ਼ਿਸ਼ ਕਰ ਰਹੇ ਹਨ। ਪਾਣੀ ਧੋਤਾ ਉਤਰ ਸੁਖੇ। ਜਿਵੇਂ ਸਾਡੇ ਹੱਥ ਪੈਰ, ਸਾਡਾ ਜਿਹੜਾ ਸਰੀਰ ਹੈ ਮਿੱਟੀ ਘੱਟੇ ਦੇ ਨਾਲ ਲਿਬੜ ਜਾਏ, ਤਾਂ ਇਹਦੇ ਵਾਸਤੇ ਇੱਕ ਤਰੀਕਾ ਇੱਕੋ ਹੀ ਹੈ ਕਿ ਪਾਣੀ ਦੇ ਨਾਲ ਇਸ ਨੂੰ ਧੋਤਾ ਜਾ ਸਕਦਾ। ਬਾਹਰੀ ਤੌਰ ਤੇ ਪਾਣੀ ਦੀ ਵਰਤੋਂ ਕਰਨੀ ਪਏਗੀ। ਜੇ ਸਾਡੇ ਹੱਥ ਪੈਰ ਗੰਦੇ ਹੈ ਤਾਂ ਇਹਦੇ ਵਾਸਤੇ ਸਾਨੂੰ ਪਾਣੀ ਦੀ ਵਰਤੋਂ ਕਰਨੀ ਪੈਣੀ। ਪਾਣੀ ਦੇ ਨਾਲ ਅਸੀਂ ਆਪਣੇ ਹੱਥ ਪੈਰ ਸਾਫ਼ ਕਰ ਸਕਦੇ, ਕਿਉਂਕਿ ਸਾਹਿਬ ਜੀ ਨੇ ਅੱਗੇ ਚੱਲ ਕੇ ਜੋ ਇਹ ਪ੍ਰਮਾਣ ਦੇ ਕੇ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਨੀ ਹੈ ਕਿ ਪ੍ਰਮਾਣ ਕਿਉਂ ਦਿੱਤੇ ਜਾ ਰਹੇ ਨੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਵੇਂ ਸਾਡੇ ਹੱਥ ਪੈਰ ਤੇ ਸਰੀਰ ਜਿਹੜਾ ਹੈ ਜੇ ਇਹ ਮਿੱਟੀ ਘੱਟੇ ਨਾਲ ਭਰਿਆ ਜਾਏ, ਲਿਬੜ ਜਾਏ, ਤਾਂ ਇਹਦੇ ਵਾਸਤੇ ਪਾਣੀ ਦੀ ਵਰਤੋਂ ਕਰਨੀ ਪੈਂਦੀ। ਪਾਣੀ ਨਾਲ ਹੀ ਤਨ ਨੂੰ ਧੋਤਾ ਜਾ ਸਕਦਾ ਹੈ। ਮੂਤ ਪਲੀਤੀ ਕੱਪੜ ਹੋਏ। ਜਿਸ ਤਰ੍ਹਾਂ ਕੱਪੜੇ ਵੀ ਸਾਫ਼ ਕਰਨੇ ਹੈ, ਮੈਲੇ ਹੋ ਜਾਣ ਤਾਂ ਉਹਦੇ ਵਾਸਤੇ ਸਾਬਣ ਦੀ ਲੋੜ ਪੈਂਦੀ ਹੈ, ਪਾਣੀ ਦੀ ਲੋੜ ਪੈਂਦੀ ਹੈ। ਦੇ ਸਾਬੂਨ ਲਈਐ ਉਹ ਧੋਏ। ਉਹਦੇ ਵਾਸਤੇ ਵੀ ਸਾਬਣ ਚਾਹੀਦਾ ਹੈ। ਵੱਖ-ਵੱਖ ਸਮਿਆਂ ਦੇ ਉੱਤੇ
ਇਹ ਚੀਜ਼ਾਂ ਜਿਹੜੀਆਂ ਪਹਿਲਿਆਂ ਸਮਿਆਂ ਦੇ ਵਿੱਚ ਹੋਰ ਢੰਗ ਤਰੀਕੇ ਸਨ, ਅੱਜ ਹੋਰ ਆ ਗਏ। ਪਰ ਆਖਰਕਾਰ ਤਾਂ ਇਹਨਾਂ ਵਸਤਰਾਂ ਨੂੰ ਸਾਫ਼ ਕਰਨ ਦੇ ਲਈ ਸਾਨੂੰ ਪਾਣੀ ਦੀ, ਸਰਫ ਦੀ, ਸਾਬਣ ਦੀ ਜ਼ਰੂਰਤ ਪਏਗੀ। ਉਹਦੇ ਤੋਂ ਬਿਨਾਂ ਸਾਫ਼ ਨਹੀਂ ਹੋ ਸਕਦੇ। ਭਰੀਐ ਮਤ ਪਾਪਾਂ ਕੈ ਸੰਗ। ਹਾਂ, ਸਤਿਗੁਰੂ ਮਹਾਰਾਜ ਜੀ ਜਿਹੜੇ ਪ੍ਰਮਾਣ ਦੇ ਰਹੇ ਉਹਦੇ ਵਿੱਚ ਕਹਿਣਾ ਇਹ ਚਾਹੁੰਦੇ ਸੀ, ਦੋ ਪਹਿਲਾਂ ਪ੍ਰਮਾਣ ਦੇ ਦਿੱਤੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਪ੍ਰਮਾਣ ਦੇ ਕੇ ਕਿਹਾ ਕਿ ਹੱਥ ਪੈਰ ਲਿਬੜ ਜਾਣ ਤੇ ਪਾਣੀ ਨਾਲ ਧੋਤੇ ਜਾ ਸਕਦੇ ਆ, ਬਸਤਰ ਮੈਲੇ ਹੋ ਜਾਣ ਸਾਬਣ ਤੇ ਪਾਣੀ ਦੀ ਜ਼ਰੂਰਤ ਪੈਂਦੀ, ਇਸੇ ਤਰ੍ਹਾਂ ਭਰੀ ਹੈ। ਇਸੇ ਤਰ੍ਹਾਂ ਸਾਡੀ ਭਰੀ ਹੋਈ ਹੈ ਮੱਤ ਜਿਹੜੀ ਹੈ, ਕਾਹਦੇ ਨਾਲ? ਪਾਪਾਂ ਕੈ ਸੰਗ। ਤੇ ਸਤਿਗੁਰੂ ਮਹਾਰਾਜ ਨੂੰ ਪੁੱਛੀਏ ਵੀ ਕਦੋਂ ਕਦੀ ਭਰੀ ਪਈ ਹੈ? ਤੇ ਸਾਹਿਬ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਲਾ ਸ਼ਾਹ ਜਿਹੜਾ ਹੋਇਆ ਪਿਆ ਮਨ ਹੈ, ਇਹਨੂੰ ਜਨਮਾਂ ਜਨਮਾਤਰਾਂ ਦੇ ਨਾਲ ਜਿਹੜਾ ਹੋਇਆ ਜਨਮਾਂ ਜਨਮਾਤਰਾਂ ਦਾ, ਪਰ ਧੋਣ ਦੇ ਲਈ ਜਨਮ ਜਨਮਾਤਰ ਨਹੀਂ ਚਾਹੀਦੇ, ਉਹਨੇ ਜਨਮ ਨਹੀਂ ਚਾਹੀਦੇ ਜਿੰਨੇ ਜਨਮਾਂ ਦਾ ਜੀਵ ਮੈਲਾ ਹੋਇਆ। ਜਿਵੇਂ ਉਦਾਹਰਨ ਦੇ ਤੌਰ ਤੇ ਹਜ਼ਾਰਾਂ ਸਾਲ ਤੋਂ ਕਿਸੇ ਕਮਰੇ ਵਿੱਚ ਹਨੇਰਾ ਹੋਵੇ ਤੇ ਉਹਨੂੰ ਦੂਰ ਕਰਨ ਲਈ ਹਜ਼ਾਰਾਂ ਸਾਲ ਨਹੀਂ ਚਾਹੀਦੇ। ਉਸ ਕਮਰੇ ਦੇ ਵਿੱਚ ਰੌਸ਼ਨੀ ਕਰ ਦਿਓ ਤੁਸੀਂ, 1 ਸਕਿੰਟ ਵਿੱਚ ਚਾਨਣ ਹੋ ਜਾਏਗਾ। ਇਹ ਨਹੀਂ ਕਿ ਹਜ਼ਾਰਾਂ ਸਾਲ ਕਮਰੇ ਦੇ ਵਿੱਚ ਹਨੇਰਾ ਰਿਹਾ ਤੇ ਚਾਨਣ ਕਰਨ ਲੱਗਿਆ ਵੀ ਉਨੇ ਸਾਲ ਚਾਹੀਦੇ ਹੈ, ਪ੍ਰਕਾਸ਼ ਕਰਨ ਲੱਗਿਆ ਤੇ ਬਸ ਕੁਝ ਸਕਿੰਟਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹ ਨਹੀਂ ਕਿ ਜਨਮਾਂ ਜਨਮਾਤਰਾਂ ਦਾ ਭਰਿਆ ਵੀ ਉਹਨੇ ਜਨਮ ਹੁਣ ਲੈਣੇ ਪੈਣਗੇ। ਇਸ ਮੱਤ ਨੂੰ ਧੋਣ ਲਈ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ, ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲੱਖ ਮਣਿਆ ਕਰ ਏਕ ਠੈ ਏਕ ਰੱਤੀ ਲੈ ਪਾਏ। ਜਿਵੇਂ ਲੱਖਾਂ ਮਣ ਲੱਕੜ ਹੋਵੇ ਤੇ ਇੱਕ ਨਿੱਕੀ ਜਿਹੀ ਚੰਗਿਆੜੀ ਦੇ ਦਈਏ ਤਾਂ ਸੜ ਕੇ ਸਵਾਹ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਵੀ ਇਸੇ ਤਰ੍ਹਾਂ ਹੈ, ਜਨਮਾਂ ਜਨਮਾਤਰਾਂ ਦੀ ਜਿਹੜੀ ਮੈਲ ਇਹਦੇ ਵਾਸਤੇ ਬਹੁਤਾ ਸਮਾਂ ਨਹੀਂ, ਸਤਿਗੁਰੂ ਦੇ ਇਸੇ ਜਨਮ ਵਿੱਚ ਹੀ ਇਸ ਨੂੰ ਧੋਤਾ ਜਾ ਸਕਦਾ। ਪਰ ਉਹਦਾ ਢੰਗ ਤਰੀਕਾ ਕੀ ਹੈ? ਮੇਰੇ ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜੀ ਮੱਤ ਪਾਪਾਂ ਦੇ ਨਾਲ ਭਰੀ ਪਈ ਹੈ, ਕਿਹੜਾ ਢੰਗ ਤਰੀਕਾ ਵਰਤੀਏ ਉਸ ਨੂੰ ਧੋਣ ਲਈ? ਉਹ ਧੋਪੈ ਨਾਵੇਂ ਕੈ ਰੰਗ। ਹਾਂ, ਇਸ ਨੂੰ ਧੋਤਾ ਜਾ ਸਕਦਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਰਾਹੀਂ। ਨਾਮ ਦੇ ਰਾਹੀਂ ਇਸ ਨੂੰ ਜੇ ਇਹਦੇ ਉੱਤੇ ਰੰਗ ਲੱਗ ਜਾਏ, ਨਾਮ ਦਾ ਪਿਆਰ ਪੈ ਜਾਏ ਤਾਂ ਉਸ ਨੂੰ ਧੋਤਾ ਜਾ ਸਕਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਬਖਸ਼ਿਸ਼ ਕੀਤੀ ਹੈ ਭਾਈ ਵੀਰ ਸਿੰਘ ਜੀ ਨੇ, ਬੜਾ ਸੁੰਦਰ ਜਿਹਾ ਪ੍ਰਮਾਣ ਦਿੱਤਾ ਹੈ। ਭਾਈ ਸਾਹਿਬ ਜੀ ਕਹਿੰਦੇ ਕਿਸੇ ਬੰਦੇ ਦੇ ਕੋਲੇ ਹੱਥ ਵਿੱਚ ਕੋਲਾ ਆ ਗਿਆ ਤਾਂ ਉਹਦਾ ਰੰਗ ਬਦਲਣਾ ਚਾਹੁੰਦਾ ਹੈ। ਉਹ ਚਾਹੁੰਦਾ ਮੈਂ ਕੋਲੇ ਦਾ ਕਾਲਾ ਰੰਗ ਨਹੀਂ ਰਹਿਣ ਦੇਣਾ, ਇਸ ਦੀ ਕਾਲਖ ਨੂੰ ਲਾਉਣਾ ਹੈ। ਤੇ ਕਾਲਖ ਨੂੰ ਲਾਉਣ ਵਾਸਤੇ ਉਸ ਬੰਦੇ ਨੇ ਉਸ ਕੋਲੇ ਨੂੰ ਪਹਿਲਾਂ ਸਾਬਣ ਲਾਇਆ, ਫਿਰ ਉਸ ਨੂੰ ਦਹੀਂ ਵਿੱਚ ਰੱਖ ਦਿੱਤਾ, ਫਿਰ ਦੁੱਧ ਵਿੱਚ ਪਾ ਲਿਆ, ਫਿਰ ਲਲਾਰੀ ਕੋਲੇ ਲੈ ਗਿਆ ਰੰਗ ਚੜਾਉਣ ਵਾਸਤੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਨਾ ਤੇ ਸਾਬਣ ਨਾਲ ਉਹਦਾ ਰੰਗ ਬਦਲਿਆ ਗਿਆ, ਨਾ ਦੁੱਧ ਵਿੱਚ ਪਾਉਣ ਨਾਲ ਉਹਦਾ ਰੰਗ ਬਦਲਿਆ, ਨਾ ਦਹੀਂ ਵਿੱਚ ਰੱਖਣ ਨਾਲ, ਨਾ ਲਲਾਰੀ ਕੋਲੇ ਖੜਨ ਦੇ ਨਾਲ ਕੋਲੇ ਨੇ ਆਪਣਾ ਰੰਗ ਨਹੀਂ ਬਦਲਿਆ। ਆਖਰ ਭਾਈ ਵੀਰ ਸਿੰਘ ਜੀ ਕਹਿੰਦੇ ਕਿਸੇ ਸਿਆਣੇ ਨੇ ਪੁੱਛਿਆ ਵੀ ਇੰਨੇ ਯਤਨ ਕੀਤੇ ਨੇ ਕੋਲੇ ਦਾ ਰੰਗ ਬਦਲਣ ਵਾਸਤੇ, ਕਾਲਖ ਲਾਉਣ ਵਾਸਤੇ, ਤੇ ਕੋਲੇ ਨੂੰ ਪੁੱਛ ਲੈਣਾ ਸੀ ਵੀ ਤੈਨੂੰ ਕਾਲਖ ਲੱਗੀ ਕਿਉਂ, ਤੂੰ ਕਾਲਾ ਹੋਇਆ ਕਿਉਂ ਹੈ? ਤੇ ਕਹਿੰਦੇ ਜਦੋਂ ਕੋਲੇ ਨੂੰ ਪੁੱਛਿਆ ਗਿਆ, ਕਿਉਂਕਿ ਜਿਹੜੇ ਕਵੀ ਹੁੰਦੇ ਉਹਨਾਂ ਦੀਆਂ ਉਡਾਰੀਆਂ ਬੜੀਆਂ ਉੱਚੀਆਂ ਹੁੰਦੀਆਂ ਨੇ, ਕੋਲੇ ਨੇ ਬੋਲਣਾ ਨਹੀਂ, ਕੋਲੇ ਰਾਹੀਂ ਗੱਲ ਜੀਵ ਨੂੰ ਸਮਝਾਈ ਹੈ। ਕਹਿੰਦੇ ਕੋਲੇ ਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਂ ਅਸਲ ਵਿੱਚ ਮੇਰਾ ਮੂਲ ਹੈ ਅੱਗ, ਤੇ ਮੈਂ ਅੱਗ ਤੋਂ ਦੂਰ ਹੋ ਗਿਆ ਜਿਸ ਕਰਕੇ ਕਾਲਾ ਹੋ ਗਿਆ। ਜੇ ਤੁਸੀਂ ਮੇਰੀ ਕਾਲਖ ਦੂਰ ਕਰਨੀ ਹੈ ਤੇ ਮੈਨੂੰ ਸਾਬਣ ਦੀ ਜ਼ਰੂਰਤ ਨਹੀਂ, ਮੈਨੂੰ ਪਾਣੀ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਦਹੀਂ ਵਿੱਚ ਪਾਉਣ ਦੀ ਲੋੜ ਨਹੀਂ, ਲਲਾਰੀ ਕੋਲੇ ਲਿਜਾਣ ਦੀ ਲੋੜ ਨਹੀਂ। ਜਿਹੜੀ ਅੱਗ ਵਿੱਚੋਂ ਮੈਨੂੰ ਕੱਢ ਕੇ ਲਿਆਏ ਉਸੇ ਅੱਗ ਵਿੱਚ ਜਾ ਕੇ ਪਾ ਦਿਓ, ਮੈਂ ਆਪਣੇ ਆਪ ਰੰਗ ਆਪਣਾ ਫੜ ਲੈਣਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਪੀ ਧਰਿਆ ਰੰਗ ਨ ਉਸ ਵਟਾਇਆ, ਵਿਛੜ ਕੇ ਕਾਲ ਖੁਸ਼ੀ ਆਈ ਬਿਨ ਮਿਲਿਆ ਨਾ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਇਸੇ ਤਰ੍ਹਾਂ ਅਸੀਂ ਜੀਵ ਹਾਂ, ਪਰਮਾਤਮਾ ਤੋਂ ਵਿਛੜੇ ਹੈ ਤੇ ਵਿਛੋੜੇ ਦੀ ਕਾਲਖ ਹੈ, ਪਰਮਾਤਮਾ ਨਾਲ ਜੁੜ ਜਾਵਾਂਗੇ ਤਾਂ ਕਾਲਖ ਖਤਮ ਹੋ ਸਕਦੀ। ਸਾਹਿਬ ਕਹਿੰਦੇ ਨਾਮ ਦੇ ਰਾਹੀਂ ਇਸ ਜਿਹੜੀ ਮੱਤ ਹੈ, ਜਿਹੜੀ ਲਿਬੜੀ ਪਈ ਹੈ ਵਿਕਾਰਾਂ ਦੇ ਨਾਲ, ਉਹਨੂੰ ਨਾਮ ਨਾਲ ਧੋਤਾ ਜਾ ਸਕਦਾ। ਜੇ ਜੀਵ ਨਾਮ ਜਪੇ ਤਾਂ ਨਾਮ ਨਾਲ ਸਾਡੀ ਮੱਤ ਜਿਹੜੀ ਹੈ ਧੁੱਪ ਸਕਦੀ ਹੈ। ਪੁੰਨੀ ਪਾਪੀ ਆਖੜ ਨਾਹੇ। ਕਿਸੇ ਨੂੰ ਕਹਿਣਾ ਹੈ ਬੜਾ ਪੁੰਨੀ ਹੈ, ਕਿਸੇ ਨੂੰ ਕਹਿਣਾ ਬੜਾ ਪਾਪੀ ਹੈ, ਕਿਸੇ ਕੋਲੇ ਕੋਈ ਥਰਮਾਮੀਟਰ ਨਹੀਂ ਹੈ ਕੋਈ ਲਾ ਕੇ ਕਹਿ ਦੇਵੇ ਆਹ ਬੰਦਾ ਬੜਾ ਪੁੰਨੀ ਹੈ ਤੇ ਆਹ ਪਾਪੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਹਿਣ ਨਾਲ ਨਹੀਂ ਗੱਲ ਬਣਦੀ। ਕਰ ਕਰ ਕਰਨਾ ਲਿਖ ਲੈ ਜਾ। ਹਾਂ, ਇਹ ਜ਼ਰੂਰ ਹੈ ਕਿ ਜੋ ਕਰ ਦੋਹਰਾ ਸ਼ਬਦ ਵਰਤਿਆ, ਇੱਕ ਕਰ ਤੋਂ ਭਾਵ ਜੋ ਵਿਦਵਾਨਾਂ ਨੇ ਅਰਥ ਕੀਤੀ ਕਰਮ ਕਰ ਰਿਹਾ, ਦੂਜਾ ਜੋ ਲਿਖਿਆ ਜਾ ਰਿਹਾ, ਭਾਵ ਕਿ ਜੋ ਜੀਵ ਕਰਮ ਕਰਦਾ ਨਾਲੋਂ ਨਾਲ ਲਿਖੇ ਜਾ ਰਹੇ ਨੇ। ਇਸੇ ਕਰਕੇ ਸਿਆਣੇ ਕਹਿੰਦੇ ਕਰਮ ਬਦਲਿਆ ਜਾ ਸਕਦਾ ਹੈ, ਸੰਸਕਾਰ ਨਹੀਂ ਬਦਲਿਆ ਜਾ ਸਕਦਾ। ਕਰਮ ਤੋਂ ਭਾਵ ਚੰਗਾ ਕਰਮ ਜੇ ਕਰ ਲਿਆ ਜਾਂ ਮਾੜਾ ਕਰ ਲਿਆ, ਜਿਹੜਾ ਬਾਰ-ਬਾਰ ਕਰਦੇ ਹੋ ਸੰਸਕਾਰ ਬਣ ਜਾਂਦਾ। ਜੇ ਚੰਗੇ ਕਰਮ ਬਾਰ-ਬਾਰ ਕਰਾਂਗੇ ਚੰਗੇ ਸੰਸਕਾਰ ਬਣ ਜਾਣਗੇ, ਬੁਰੇ ਕਰਮ ਬਾਰ-ਬਾਰ ਕਰਾਂਗੇ ਬੁਰੇ ਸੰਸਕਾਰ ਬਣ ਜਾਣਗੇ। ਤਾਂ ਸੰਸਕਾਰ ਨਹੀਂ ਬਦਲਿਆ ਜਾ ਸਕਦਾ, ਕਰਮ ਬਦਲਿਆ ਜਾ ਸਕਦਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੋਲੇ ਆਉਨੇ ਆ ਤੇ ਗੁਰੂ ਕੀ ਕਰਦਾ,
ਉਹਦੇ ਸ਼ਰਨ ਵਿੱਚ ਆਉਂਦੇ ਹਾਂ, ਬੈਠਦੇ ਹਾਂ, ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਫਿਰ ਸਾਡੇ ਚੰਗੇ ਕਰਮ ਕਰਨ ਦਾ ਅੰਦਰੋਂ ਸੁਭਾਅ ਪੈਦਾ ਹੁੰਦਾ। ਜਦੋਂ ਚੰਗੇ ਕਰਮ ਕਰਦੇ ਹਾਂ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਫਿਰ ਚੰਗੇ ਕਰਮਾਂ ਦਾ ਫਲ ਵੀ ਤਾਂ ਮਨੁੱਖ ਨੂੰ ਚੰਗਾ ਹੀ ਮਿਲੇਗਾ ਨਾ। ਤਾਂ ਸਾਹਿਬ ਜੀ ਕਹਿੰਦੇ ਨੇ ਜੋ ਜੀਵ ਕਰ ਰਿਹਾ ਉਹਦੇ ਮੁਤਾਬਕ ਹੀ ਲਿਖਿਆ ਜਾ ਰਿਹਾ ਹੈ। ਆਪੇ ਬੀਜ ਆਪੇ ਹੀ ਖਾਓ। ਇਹ ਨਹੀਂ ਕਿ ਬੀਜਿਆ ਮੈਂ ਤੇ ਖਾਣਾ ਕਿਸੇ ਹੋਰ ਨੇ ਹੈ। ਬੜਾ ਸਿੱਧਾ ਜਿਹਾ ਫੈਸਲਾ ਸਤਿਗੁਰੂ ਨੇ ਦੇ ਦਿੱਤਾ ਕਿ ਜੋ ਕੁਝ ਤੂੰ ਬੀਜ ਰਿਹਾ ਉਹੀ ਕੁਝ ਤੈਨੂੰ ਖਾਣਾ ਪੈਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਲੋੜ ਹੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਕਹਿਣ ਲੱਗੇ ਜੇ ਤੂੰ ਕਵੇਂ ਕਿ ਮੈਂ ਕਿੱਕਰ ਦਾ ਬੀਜ ਬੀਜ ਕੇ ਤੇ ਬਜੌਰ ਸ਼ਹਿਰ ਦੀਆਂ ਦਾਖਾਂ ਅੰਗੂਰ ਭਾਲਦਾ ਹੈ, ਕਹਿੰਦੇ ਇਹ ਤਾਂ ਨਹੀਂ ਮਿਲ ਸਕਦੇ। ਜਿਹੜਾ ਬੀਜ ਪਾਇਆ ਉਹਨੇ ਪੁੰਗਰਨਾ। ਧਰਤੀ ਦਾ ਇੱਕ ਸੁਭਾਅ ਹੈ, ਧਰਤੀ ਕਿਸੇ ਨਾਲ ਵੈਰ ਨਹੀਂ ਕਰਦੀ। ਧਰਤੀ ਦਾ ਇੱਕ ਸੁਭਾਅ, ਜਿਹੜਾ ਬੀਜ ਪਾ ਦਿਓਗੇ ਉਹਨੇ ਪੁੰਗਰ ਦੇਣਾ। ਹੁਣ ਧਰਤੀ ਨੂੰ ਕੋਈ ਕਵੇ ਕਿ ਮੈਂ ਤੇ ਇੱਥੇ ਜਿਹੜਾ ਬੀਜ ਜਿਹੜਾ ਅੰਗੂਰਾਂ ਦਾ ਪਾਇਆ ਸੀ ਤੂੰ ਕਿੱਕਰ ਉਗਾ ਦਿੱਤੀ ਹੈ, ਜਾਂ ਧਰਤੀ ਤੇ ਕੋਈ ਗਿਲਾ ਕਰੇ ਮੈਂ ਤਾਂ ਇੱਥੇ ਕਿੱਕਰ ਦਾ ਬੀਜ ਪਾਇਆ ਸੀ ਤੂੰ ਅੰਗੂਰ ਲਾ ਦਿੱਤੇ ਹੈ, ਤਾਂ ਧਰਤੀ ਐਸਾ ਕਰ ਹੀ ਨਹੀਂ ਸਕਦੀ। ਜੋ ਕੁਝ ਉਹਦੇ ਵਿੱਚ ਪਾਓਗੇ ਉਹੀ ਫਲੀਭੂਤ ਹੁੰਦਾ ਹੈ। ਸਾਡਾ ਸਰੀਰ ਵੀ ਇਸੇ ਤਰ੍ਹਾਂ ਇੱਕ ਧਰਤੀ ਦੀ ਤਰ੍ਹਾਂ ਹੈ। ਜਿਹੋ ਜਿਹੇ ਅਸੀਂ ਇਹਦੇ ਵਿੱਚ ਬੀਜ ਪਾਉਣਾ, ਜਿਹੋ ਜਿਹਾ ਅਸੀਂ ਇਹਦੇ ਵਿੱਚ ਕਰਮ ਕਰਦੇ ਉਹਦਾ ਫਲ ਜੀਵ ਨੂੰ ਮਿਲ ਜਾਂਦਾ। ਤਾਂ ਇਹਦੇ ਵਿੱਚ ਰੱਬ ਦੇ ਉੱਤੇ ਕੋਈ ਗਿਲਾ ਨਹੀਂ। ਸਾਹਿਬ ਕਹਿੰਦੇ ਜੋ ਬੀਜ ਰਿਹਾ ਉਹੀ ਜੀਵ ਖਾ ਰਿਹਾ ਹੈ। ਨਾਨਕ ਹੁਕਮੀ ਆਵੋ ਜਾਓ। ਇਹ ਸਾਰੀ ਖੇਡ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੀ ਹੀ ਹੈ। ਜੋ ਹੁਕਮ ਵਿੱਚ ਪਰਮਾਤਮਾ ਵਾਹਿਗੁਰੂ ਚਲਾ ਰਿਹਾ, ਹੁਕਮ ਵਿੱਚ ਹੀ ਜੀਵ ਕਰ ਰਹੇ, ਹੁਕਮ ਵਿੱਚ ਹੀ ਆਉਂਦੇ ਹੈ, ਹੁਕਮ ਵਿੱਚ ਹੀ ਜੀਵ ਸੰਸਾਰ ਤੋਂ ਤੁਰ ਜਾਂਦੇ ਹਨ। ਜੋ ਪਰਮਾਤਮਾ ਵਾਹਿਗੁਰੂ ਦਾ ਹੁਕਮ ਹੈ ਇਹ ਸਾਰੇ ਜੀਵਾਂ ਦੇ ਉੱਤੇ ਨਿਰੰਕਾਰ ਪਰਮਾਤਮਾ ਨੇ ਜਿਵੇਂ ਲਿਖਿਆ ਉਵੇਂ ਜੀਵ ਕਰਦੇ ਹਨ। 20 ਪੌੜੀਆਂ ਤੱਕ ਆਪਾਂ ਜਪਜੀ ਸਾਹਿਬ ਦੀ ਇਹ ਜੋ ਸ਼ਬਦ ਵਿਚਾਰ ਸਤਿਗੁਰਾਂ ਨੇ ਸੇਵਾ ਲਈ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਸਮਾਪਤੀ ਕਰੀਏ ਜੀ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।